ਭਈ ਅੱਜ ਦੀ ਮੀਟਿੰਗ ਦਾ ਜਿਹੜਾ ਹੁਣ तमाम MLA ਸਾਹਿਬਾਨ ਤੇ MP ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਸ ਪ੍ਰਕਾਰ ਸਰਕਾਰ ਰੋਜ਼ਾਨਾ ਕਾਂਗਰਸ ਦੇ ਵਿਅਕਤੀਆਂ ਤੇ ਨਜਾਇਜ਼ ਪਰਚੇ ਬਣਾਉਣ ਦਾ ਕੰਮ ਕਰ ਰਹੀ ਹੈ, ਉਹਨਾਂ ਦੇ ਨਾਲ ਕਿੱਦਾਂ ਲੜਾਈ ਲੜਨੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਦਾ ਕੰਮ ਕਰਨਾ ਹੈ ਕਿ ਇਹ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ ਧੱਕੇ ਦੇ ਨਾਲ ਸਾਡੇ ਬੰਦਿਆਂ ਤੇ ਇਟਸ ਅ ਵੈਂਡੇਟਾ ਪੋਲਿਟਿਕਸ। ਇਹ ਹਰਗਿਜ਼ ਸਾਨੂੰ ਬਰਦਾਸ਼ਤ ਨਹੀਂ, ਇਹਦੀ ਅਸੀਂ ਲੜਾਈ ਲੜਾਂਗੇ। ਤੁਹਾਡੇ ਸਾਹਮਣੇ ਜੋ ਮੋਗਾ ਹੋਇਆ ਕਿ ਬਿਨਾਂ ਕੰਪਲੇਨੈਂਟ ਤੋਂ 420 67 ਦਾ ਪਰਚਾ ਦਰਜ ਕਰ ਦਿੱਤਾ ਗਿਆ, ਕਹਿੰਦਾ ਮੁਖਬਰੀ ਦੇ ਆਧਾਰ ਤੇ। ਹਾਲਾਂਕਿ ਲਾਅ ਇਹ ਕਹਿੰਦਾ ਕਿ ਬਿਨਾਂ ਕੰਪਲੇਨੈਂਟ ਤੋਂ ਤੁਸੀਂ 420 ਦਾ ਮੁਕੱਦਮਾ ਦਰਜ ਕਰ ਨਹੀਂ ਸਕਦੇ। ਉਹਦਾ ਕਾਰਨ ਇਹ ਹੈ ਕਿ ਜੇ ਕਿਸੇ ਨਾਲ 420 ਹੋਈ ਵੀ ਹੈ, ਜੋ ਮੈਨੂੰ ਲਾਇਰਸ ਨੇ ਦੱਸਿਆ, ਤੇ ਅਗਰ ਉਹ ਕਹਿੰਦਾ ਕਿ ਨਹੀਂ ਮੈਨੂੰ ਕੋਈ ਗੱਲ ਨਹੀਂ, ਅਗਰ ਇਹ ਤੋਂ ਗਲਤੀ ਹੋ ਗਈ ਤਾਂ ਫਿਰ ਵੀ ਉਹਦੇ ਤੇ ਮੁਕੱਦਮਾ ਨਹੀਂ ਦਰਜ ਕਰ ਸਕਦੇ। ਤੇ ਆਸ਼ੂ ਬਾਂਗੜ ਤੇ ਬਿਨਾਂ ਕਿਸੇ ਗੱਲ ਤੋਂ ਉਹਨੂੰ ਫੜ ਲਿਆ ਗਿਆ। ਐਵੇਂ ਦਲਜੀਤ ਸਿੰਘ ਗਿਲਜੀਆਂ ਆਪਦੇ ਚਾਚਾ ਜੀ ਦੀ ਪੈਰਵਾਈ ਕਰ ਰਿਹਾ ਸੀ ਚੰਗੇ ਤਰੀਕੇ ਦੇ ਨਾਲ, ਔਰ ਉਹ ਕੋਰਟ 'ਚ ਜਾਂਦਾ ਸੀ, ਉਹ ਹਰ ਥਾਂ ਤੇ ਉਹਨੇ ਹਾਈ ਕੋਰਟ 'ਚ ਹੋਇਆ। ਇੱਕ ਵਕੀਲ ਹੈ, ਤਮਾਮ ਵਕੀਲ ਸਾਹਿਬਾਨਾਂ ਨੇ ਵੀ ਵਿਰੋਧ ਕੀਤਾ, ਉਹਨੂੰ ਫੜ ਲਿਆ ਗਿਆ ਕਿ ਸਾਡੇ ਕੋਲ ਇੱਕ ਬੰਦਾ ਹੈ। ਉਸ ਤੋਂ ਬਾਅਦ ਸਾਰੀ ਕਹਾਣੀ ਬਣਾ ਦਿੱਤੀ ਗਈ। ਇਸੇ ਤਰ੍ਹਾਂ ਹੀ ਗਿਲਜੀਆਂ ਸਾਹਿਬ ਕੋਰਟ ਦੇ ਵਿੱਚ ਇਹ ਕਿਹਾ ਗਿਆ, ਜਿਹੜੇ ਤੱਥ 80,000 ਜਿਹੜਾ ਟਰੀ ਗਾਰਡ ਸੀ ਉਹਦੇ ਤੋਂ ਹੁਣ 10,000 ਟਰੀ ਗਾਰਡ ਤੇ ਆ ਗਏ ਨੇ, 80,000 ਤੋਂ 10,000 ਤੇ ਨੇ। ਸੋ ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਅੱਜ तमाम ਕਾਂਗਰਸੀ ਸਾਥੀਆਂ ਨੇ, तमाम ਲੀਡਰ ਸਾਹਿਬਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਇਹ ਹਰਗਿਜ਼ ਨਹੀਂ ਹੋਣ ਦਿਆਂਗੇ, ਇਹਦੀ ਲੜਾਈ ਲੜਾਂਗੇ। ਇਹ ਪੰਜਾਬ ਦੀ ਗੱਲ ਸੀਗੀ, ਨੈਸ਼ਨਲ ਦੀ ਗੱਲ ਕਰੀਏ ਤਾਂ ਉੱਤੇ ਸੋਨੀਆ ਗਾਂਧੀ ਨੂੰ ਲਗਾਤਾਰ ਹਾਂ ਬਿਲਕੁਲ ਹਰ ਥਾਂ ਤੇ ਮੈਂ ਸੁਬਾਹ ਵੀ ਤੁਹਾਨੂੰ ਇਹ ਗੱਲ ਦੱਸੀ ਸੀਗੀ ਕਿ ਜਿੱਥੇ ਜਿੱਥੇ ਕੋਈ ਆਪਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਤੇ ਏਜੰਸੀਜ਼ ਦਾ ਦਬਾਅ ਬਣਾਇਆ ਜਾਂਦਾ ਹੈ। ਸੋ ਸੋਨੀਆ ਗਾਂਧੀ ਜੀ ਨੂੰ, ਸੋਨੀਆ ਗਾਂਧੀ ਜੀ ਉਹ ਪਰਿਵਾਰ ਜਿਨ੍ਹਾਂ ਨੇ ਦੇਸ਼ ਦੇ ਲਈ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਤਿਆਗ ਕੀਤਾ, ਜਿਨ੍ਹਾਂ ਨੇ ਇਸ ਦੇਸ਼ ਨੂੰ ਕਈ ਦਹਾਕੇ ਚਲਾਇਆ, ਅੱਜ ਉਹਨਾਂ ਤੇ ਧੱਕੇ ਨਾਲ ਪਹਿਲਾਂ ਤਾਂ ਰਾਹੁਲ ਗਾਂਧੀ ਜੀ ਨੂੰ ਕਈ ਦਿਨ ਬੁਲਾਉਂਦੇ ਰਹੇ ਔਰ 12-12 ਘੰਟੇ ਸੁਣਵਾਈ, ਜਾਣ ਬੁੱਝ ਕੇ ਤੋੜਨਾ ਚਾਹੁੰਦੇ, ਜਾਣ ਬੁੱਝ ਕੇ ਡਰਾਉਣਾ ਚਾਹੁੰਦੇ ਹੈ, ਜਾਣ ਬੁੱਝ ਕੇ ਧਮਕਾਉਣਾ ਚਾਹੁੰਦੇ ਹੈ। ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਕਿਸੇ ਵੀ ਡਰ ਤੋਂ ਡਰਦੀ ਨਹੀਂ ਹੈ। ਕੋਈ ਗੱਲ ਨਹੀਂ, ਅਗਰ ਕਿਸੇ ਨੂੰ ਇਹ ਲੜਾਈ ਲੜਦਿਆਂ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ, ਸਾਡੇ ਲੀਡਰ ਸਾਹਿਬਾਨਾਂ ਨੇ ਕਈ ਸਾਲ ਜੇਲ੍ਹਾਂ ਦੇ ਵਿੱਚ ਗੁਜ਼ਾਰੇ, ਲੜਾਈਆਂ ਲੜੀਆਂ, ਆਵਾਜ਼ ਬੁਲੰਦ ਰੱਖੀ, ਸੋ ਅਸੀਂ ਆਪਦੀ ਆਵਾਜ਼ ਨੂੰ ਬੁਲੰਦ ਰੱਖਾਂਗੇ। ਜਸਵੰਤ ਸਿਨਹਾ ਨੂੰ ਉਮੀਦਵਾਰ ਬਣਾਇਆ ਗਿਆ ਸੀ, ਉਹਨੂੰ ਆਮ ਆਦਮੀ ਪਾਰਟੀ ਨੇ ਕਹਿਤਾ ਕਿ ਅਸੀਂ ਸਪੋਰਟ। ਚਲੋ ਚੰਗੀ ਗੱਲ ਹੈ। ਮੈਨੂੰ ਲੱਗਦਾ ਕਿ तमाम ਲੋਕਾਂ ਨੂੰ ਅੱਜ ਬੀਜੇਪੀ ਦੇ ਖਿਲਾਫ ਇਕੱਠੇ ਹੋ ਕੇ ਖੜੇ ਹੋਣ ਦੀ ਲੋੜ ਹੈ। ਅੱਜ ਦੇਸ਼ ਦੇ ਜੋ ਹਾਲਾਤ ਹਨ, ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਦੇਸ਼ ਦੇ ਹਰ ਵਿਅਕਤੀ ਨੂੰ, ਹਰ ਉਸ ਬੰਦੇ ਨੂੰ, ਔਰ ਚਾਹੇ ਉਹ ਮੀਡੀਆ ਕਰਮੀ ਹੈ, ਚਾਹੇ ਉਹ ਪਾਰਟੀ ਹੈ, ਚਾਹੇ ਕੋਈ ਵਿਅਕਤੀ ਵਿਸ਼ੇਸ਼ ਹੈ, ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਤਕੜੇ ਹੋ ਕੇ ਬੀਜੇਪੀ ਦੇ ਖਿਲਾਫ ਜਸਵੰਤ ਸਿਨਹਾ ਜੀ ਦੀ ਮਦਦ ਕਰਨੀ ਚਾਹੀਦੀ ਹੈ। ਜਿੱਦਾਂ ਤੁਸੀਂ ਬੀਜੇਪੀ ਦੇ ਖਿਲਾਫ ਦੀ ਗੱਲ ਕਰ ਰਹੇ ਹੋ, ਲੇਕਿਨ ਅੱਜ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ ਆਉਂਦਾ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ ਹੀ ਰਹੂਗਾ। ਇਹ ਵਿਰੋਧੀ ਪਾਰਟੀਆਂ ਇਸ ਤੇ ਸਿਆਸਤ ਕਰ ਰਹੀਆਂ ਨੇ, ਉਹ ਲੋਕਾਂ ਨੂੰ ਜਿਹੜੀ ਦੇਖੋ ਦੋਹਰੇ ਮਾਪਦੰਡ ਬੀਜੇਪੀ ਅਪਣਾਉਂਦੀ ਹੈ। ਅੱਜ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਹੈ। ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਔਰ ਰੈਜ਼ੋਲੂਸ਼ਨ ਦੇ ਵਿੱਚ ਵੀ ਉਹਨਾਂ ਨੇ ਸਹਿਮਤੀ ਨਹੀਂ ਜਤਾਈ। ਚੰਗਾ ਹੁੰਦਾ ਕਿ ਜੇ ਬੀਜੇਪੀ ਦੇ ਪ੍ਰਧਾਨ ਦਿੱਲੀ ਜਾ ਕੇ ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਹੈ ਉਹ ਕਹਿ ਕੇ ਆਉਂਦੇ ਕਿ ਹੁਣ ਚੰਡੀਗੜ੍ਹ ਯੂਨੀਵਰਸਿਟੀ, ਚੰਡੀਗੜ੍ਹ ਨਹੀਂ ਪੰਜਾਬ ਯੂਨੀਵਰਸਿਟੀ ਰਹੇਗੀ, ਉਹ ਸੈਂਟਰਲ ਯੂਨੀਵਰਸਿਟੀ ਦੇ ਅੰਡਰ ਨਹੀਂ ਆਏਗੀ, ਉਹ ਪੰਜਾਬ ਯੂਨੀਵਰਸਿਟੀ ਰਹੇਗੀ। ਚੰਗਾ ਹੁੰਦਾ ਜੇ ਉਹ ਜਿਹੜੀ ਆਹ ਵਾਲਾ ਮੁੱਦਾ ਵਿਧਾਨ ਸਭਾ ਦਾ, ਜਦੋਂ ਦਿੱਲੀ ਵਾਲਿਆਂ ਨੇ ਬਿਨਾਂ ਪੁੱਛੇ ਵਿਧਾਨ ਸਭਾ ਵਾਸਤੇ ਜਗ੍ਹਾ ਚੰਡੀਗੜ੍ਹ ਦੇ ਵਿੱਚ ਅਲਾਟ ਕਰ ਦਿੱਤੀ ਗਈ, ਤੇ ਫਿਰ ਸਾਡੇ ਅਧਿਕਾਰਾਂ ਦੀ ਗੱਲ ਹੀ ਨਹੀਂ ਰਹਿ ਗਈ। ਉਹਨਾਂ ਨੂੰ ਇਹ ਕਹਿਣਾ ਚਾਹੀਦਾ ਖੜੇ ਹੋ ਕੇ ਕਿ ਅਗਰ ਹਰਿਆਣਾ ਨੇ ਵਿਧਾਨ ਸਭਾ ਬਣਾਉਣੀ ਹੈ, ਤਾਂ ਆਪਦੀ ਸਰਜ਼ਮੀਨ ਤੇ ਬਣਾਉਣ। ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਇਹ ਸਾਡਾ ਰੌਲਾ ਪੈਂਦਾ ਆ ਰਿਹਾ। ਅਸੀਂ ਇਹ ਕਹਿੰਦੇ ਕਿ ਚੰਡੀਗੜ੍ਹ ਪੰਜਾਬ ਦਾ ਹੈ। ਫਿਰ SYL ਦੇ ਮੁੱਦੇ ਤੇ ਅੱਜ SYL ਸਿੱਧੂ ਮੂਸੇਵਾਲੇ ਦੇ ਗਾਣੇ ਤੇ ਰੋਕ ਲਾ ਦਿੱਤੀ ਗਈ। ਪੰਜਾਬੀਆਂ ਦੇ ਜਿਹੜੇ ਕਿਸਾਨ ਭਰਾਵਾਂ ਦੇ ਜਿਹੜੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ। ਕੀ ਬੀਜੇਪੀ ਦਾ ਉਹਦੇ ਤੇ ਸਟੈਂਡ ਹੈ? ਦੋਹਰੇ ਮਾਪਦੰਡ ਹੈ। SYL ਦੇ ਉੱਤੇ ਕੀ ਅਸ਼ਵਨੀ ਕੁਮਾਰ ਜੀ ਦਾ ਸਟੈਂਡ ਹੈ?
ਸੋ ਮੇਰੇ ਕਹਿਣ ਤੋਂ ਮਤਲਬ ਹੈ ਅਗਨੀਪਥ ਸਕੀਮ ਸਾਰਾ ਦੇਸ਼ ਕਹਿ ਰਿਹਾ, ਲੋਕ ਕਹਿ ਰਹੇ ਨੇ ਕਿ ਅਗਨੀਪਥ ਸਕੀਮ ਹੈ ਜਿਹੜੀ ਇਹ ਧੱਕਾ ਕੀਤਾ ਗਿਆ ਹੈ ਸਾਡੇ ਨੌਜਵਾਨਾਂ ਨਾਲ। ਇਹ ਕੇਵਲ ਪੈਨਸ਼ਨ ਤੋਂ ਬਚਣ ਦੀ ਬਜਾਏ ਉਹਨਾਂ ਨੂੰ 4 ਸਾਲਾਂ 'ਚ ਰਿਟਾਇਰ ਕਰਕੇ ਉਹਨਾਂ ਨੂੰ ਘਰ ਭੇਜਣ ਦੀ ਗੱਲ ਕੀਤੀ ਗਈ ਹੈ। ਔਰ ਇਹ ਕਿਹਾ ਗਿਆ ਕਿ ਉਸ ਤੋਂ ਬਾਅਦ ਇਹਨਾਂ ਨੂੰ ਅਡਾਨੀ ਅੰਬਾਨੀ ਤੇ ਇਹਨਾਂ ਨੂੰ ਸਿਕਿਉਰਿਟੀ ਗਾਰਡਸ ਉੱਥੇ ਰੱਖ ਲਿਆ ਜਾਏਗਾ। ਸੋ ਮੈਂ ਬੇਨਤੀ ਕਰਾਂਗਾ ਬੀਜੇਪੀ ਨੂੰ ਆਪਦਾ ਸਟੈਂਡ ਕਲੀਅਰ ਕਰਨ, ਬਿਲਕੁਲ ਪੰਜਾਬ ਦੇ ਲੋਕਾਂ ਨਾਲ ਧੱਕਾ ਨਾ ਕਰਨ। ਔਰ ਚੰਡੀਗੜ੍ਹ ਅਗਰ ਪੰਜਾਬ ਦੀ ਗੱਲ ਬੀਜੇਪੀ ਕਰਦੀ ਹੈ ਤੇ ਅਨਾਉਂਸ ਕਰਨ ਕਿ ਜਿਹੜੀ ਚੰਡੀਗੜ੍ਹ ਹੈ ਉਹ ਪੰਜਾਬ ਦੀ ਰਾਜਧਾਨੀ। ਭਾਰਤ ਜੋੜੋ ਜਿਹੜੀ ਅੱਜ ਜਿਹੜੀ ਹੈਗੀ ਆ ਤੇ ਉਸ ਬਾਰੇ ਕਾਈਂਡਲੀ ਦੱਸ ਦਿਓ, ਉਹ ਹੈ ਕੀ ਹੈ ਤੇ ਕਿਸ ਤਰ੍ਹਾਂ ਉਹਨੂੰ ਐਗਜ਼ੀਕਿਊਟ। ਭਾਰਤ ਜੋੜੋ ਇਸ ਕਰਕੇ ਯਾਤਰਾ ਸ਼ੁਰੂ ਕੀਤੀ ਗਈ ਕਿ ਅੱਜ ਦੇਸ਼ ਦੇ ਅੰਦਰ ਜੋ ਹਾਲਾਤ ਹਨ, ਕੋਈ ਕਬਰਿਸਤਾਨ ਦੀ ਗੱਲ ਕਰ ਰਿਹਾ ਹੈ, ਕੋਈ ਸ਼ਮਸ਼ਾਨ ਘਾਟ ਦੀ ਗੱਲ ਕਰ ਰਿਹਾ ਹੈ, ਕੋਈ ਮੁਸਲਮਾਨ ਦੀ ਗੱਲ ਕਰ ਰਿਹਾ, ਕੋਈ ਹਿੰਦੂ ਦੀ ਗੱਲ ਕਰ ਰਿਹਾ ਹੈ, ਕੋਈ ਮੰਦਿਰ ਦੀ ਗੱਲ ਕਰ ਰਿਹਾ, ਕੋਈ ਮਸਜਿਦ ਦੀ ਗੱਲ ਕਰ ਰਿਹਾ, ਕੋਈ ਕਿਸੇ ਹੋਰ ਧਰਮ ਦੀ ਗੱਲ ਕਰ ਰਿਹਾ। ਕਾਂਗਰਸ ਪਾਰਟੀ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਅਖੰਡਤਾ ਦੀ ਲੜਾਈ ਲੜੀ ਔਰ ਇਸ ਦੇਸ਼ ਨੂੰ ਇਕੱਠਾ ਕਰਨ ਵਾਸਤੇ ਆਪਦੀ ਜਾਨ ਦੀ ਕੁਰਬਾਨੀ ਲਾਈ ਹੈ ਕਾਂਗਰਸ ਪਾਰਟੀ ਨੇ। ਕੰਨਿਆ ਕੁਮਾਰੀ ਤੋਂ ਲੈ ਕੇ 148 ਦਿਨਾਂ ਦੀ ਯਾਤਰਾ ਖੁਦ ਰਾਹੁਲ ਗਾਂਧੀ ਜੀ ਕਰਨਗੇ ਕੰਨਿਆ ਕੁਮਾਰੀ ਤੋਂ। ਇਹਦੇ ਵਿੱਚ 3500 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਤੈਅ ਹੋਏਗਾ। ਇਹ ਯਾਤਰਾ ਰਾਜਸਥਾਨ ਤੋਂ ਹੁੰਦੀ ਹੋਈ ਦਿੱਲੀ ਤੇ ਦਿੱਲੀ ਤੋਂ ਹੁੰਦੀ ਹੋਈ ਅੰਬਾਲਾ ਤੇ ਅੰਬਾਲਾ ਟੂ ਪਠਾਨਕੋਟ ਤੇ ਪਠਾਨਕੋਟ ਟੂ ਜੰਮੂ ਇਹ ਸਫ਼ਰ ਤੈਅ ਕਰੇਗੀ। ਤਕਰੀਬਨ ਮੇਰਾ ਖਿਆਲ 10 ਦਿਨ ਦਾ ਜਿਹੜਾ ਯਾਤਰਾ ਪੰਜਾਬ ਦੇ ਵਿੱਚੋਂ ਅੰਬਾਲਾ ਤੇ ਇਧਰੋਂ ਗੁਜ਼ਰਦੀ ਹੋਈ ਪਠਾਨਕੋਟ ਤੋਂ ਫਿਰ ਅਸੀਂ ਜੰਮੂ ਤੱਕ ਉਹਨੂੰ ਪਹੁੰਚਾ ਕੇ ਆਵਾਂਗੇ ਤੇ ਜੰਮੂ ਇਹਦਾ ਸਮਾਪਨ ਹੋਊਗਾ। ਕੁਝ ਲੋਕਾਂ ਦਾ ਇਹ ਵੀ ਆਈਡੀਆ ਕਿ ਸ਼੍ਰੀਨਗਰ, ਅਗਰ ਸਾਨੂੰ ਦਿਗਵਿਜੇ ਸਿੰਘ ਜੀ ਨੇ ਦੱਸਿਆ ਕਿ ਅਗਰ ਸੈਂਟਰ ਗਵਰਨਮੈਂਟ ਨੇ ਸਾਨੂੰ ਮਨਜ਼ੂਰੀ ਦਿੱਤੀ ਤਾਂ ਇਸ ਯਾਤਰਾ ਨੂੰ ਅਸੀਂ ਸ਼੍ਰੀਨਗਰ ਖਤਮ ਕਰਾਂਗੇ। ਸੋ ਬੇਸਿਕਲੀ ਲੋਕਾਂ ਨੂੰ ਇਹ ਸੁਨੇਹਾ ਦੇਣਾ ਇਹ ਤਮਾਮ ਮੁੱਦਿਆਂ ਦੇ ਖਿਲਾਫ ਕਿ ਅਸੀਂ ਦੇਸ਼ ਨੂੰ ਇਕੱਠਾ ਰੱਖਣਾ ਹੈ। ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਆਰਥਿਕ ਹਾਲਾਤ, ਮਹਿੰਗਾਈ ਨੂੰ ਲੈ ਕੇ ਆਮ ਹਰ ਸਟੇਟ ਦੇ ਉਹ ਜਿਹੜੇ ਮੁੱਦੇ ਨੇ, ਗੰਭੀਰ ਮੁੱਦੇ ਨੇ, ਉਹਨਾਂ ਦੇ ਬਾਰੇ ਚਰਚਾ ਹੋਊਗੀ ਔਰ ਇਹ ਪੈਦਲ ਯਾਤਰਾ ਰਹੇਗੀ। ਸੋ ਭਾਰਤ ਜੋੜੋ ਮੇਰਾ ਖਿਆਲ ਸਾਡੇ ਕੋਲੇ ਅਕਤੂਬਰ ਦੇ ਮਹੀਨੇ 'ਚ, ਸਪਟੈਂਬਰ ਦੇ ਮਿਡ 'ਚ ਕਿਤੇ ਯਾਤਰਾ ਉਹ ਆਏਗੀ।